सत श्री अकाल जी सारिਆਂ ਨੂੰ ਸਟੱਡੀ ਐਟ ਇਨਫੋ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਪੰਜਾਬੀ ਗ੍ਰਾਮਰ ਦਾ ਉਹ ਸਾਰਾ ਪਾਠ ਕਰਵਾ ਦੇਵਾਂਗੇ ਜਿਹੜਾ ਕਿ ਪਿਛਲੇ ਪੰਜਾਬ ਪੁਲਿਸ ਦੇ ਪੁਰਾਣੇ 2021 ਵਿੱਚ ਸਬ ਇੰਸਪੈਕਟਰ ਹੌਲਦਾਰ ਅਤੇ ਸਿਪਾਹੀ ਦੇ ਪੇਪਰ ਹੋਏ ਸਨ, ਉਹਨਾਂ ਵਿੱਚੋਂ ਪਾਠ ਆਇਆ ਸੀ। ਟੋਟਲ 3-4 ਵੀਡੀਓ ਆਉਣਗੀਆਂ, ਇਸ ਦੀਆਂ ਸਾਰੇ ਹੀ ਪਾਠ ਚੰਗੀ ਤਰ੍ਹਾਂ ਦੇਖ ਲਓ। ਤੁਹਾਡੇ ਇਸ ਤੋਂ ਬਾਅਦ ਜਿਹੜੇ ਪੰਜਾਬੀ ਗ੍ਰਾਮਰ ਦੇ ਨੰਬਰ ਪੱਕੇ ਹੋ ਜਾਣਗੇ। ਇਹ ਨੰਬਰ ਸਾਨੂੰ ਪੱਕੇ ਕਰਨੇ ਵੀ ਚਾਹੀਦੇ ਹਨ ਕਿਉਂਕਿ ਜੀਕੇ ਵਗੈਰਾ ਉੱਤੇ ਸਾਡਾ ਜ਼ੋਰ ਨਹੀਂ ਹੁੰਦਾ, ਉਹ ਕਿਤੇ ਤੋਂ ਵੀ ਕੁਐਸਚਨ ਆ ਸਕਦਾ, ਪਰੰਤੂ ਆਪਾਂ ਪੰਜਾਬੀ ਗ੍ਰਾਮਰ ਹੈ ਜਿਹੜੇ ਮੈਥ ਰੀਜਨਿੰਗ ਇਹ ਜਿਹੇ ਸਬਜੈਕਟ ਇਹਨਾਂ ਦੇ ਨੰਬਰ ਆਪਾਂ ਪੱਕੇ ਕਰ ਸਕਦੇ ਹਾਂ। ਇਸ ਕਰਕੇ ਪੰਜਾਬੀ ਗ੍ਰਾਮਰ ਦੇ ਨੰਬਰ ਆਪਾਂ ਨੇ ਇਹ ਪੱਕੇ ਕਰਨੇ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਟੂਡੈਂਟ ਪੁੱਛ ਰਹੇ ਸੀ ਨੋਟਸਾਂ ਬਾਰੇ, ਜਿਹੜੇ ਘਰ ਬੈਠ ਕੇ ਤਿਆਰੀ ਕਰ ਰਹੇ ਹਨ, ਅਸੀਂ ਉਹਨਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਹੀ ਭਾਸ਼ਾਵਾਂ ਵਿੱਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਹੌਲਦਾਰ ਅਤੇ ਸਿਪਾਹੀ ਸਾਰੇ ਹੀ ਸਿਲੇਬਸ ਮੁਤਾਬਕ, ਠੀਕ ਹੈ, ਮੈਥ ਰੀਜਨਿੰਗ ਜੀਕੇ ਇੰਗਲਿਸ਼ ਗ੍ਰਾਮਰ ਪੰਜਾਬੀ ਗ੍ਰਾਮਰ ਕੰਪਿਊਟਰ ਵਗੈਰਾ ਪੰਜਾਬ ਜੀਕੇ ਜੋ ਵੀ ਹੈ ਤੁਹਾਨੂੰ ਸਾਰਾ ਕੁਝ ਜਿਹੜਾ ਮਿਲ ਜਾਵੇਗਾ, ਠੀਕ ਹੈ। ਸਾਰੀਆਂ PDFs ਤੁਹਾਨੂੰ ਮਿਲ ਜਾਣਗੀਆਂ। ਸਿਰਫ ਅਤੇ ਸਿਰਫ ਤੁਸੀਂ 249 ਰੁਪਏ ਪੇਮੈਂਟ ਕਰਨੀ ਹੈ। WhatsApp ਕਰ ਸਕਦੇ ਹੋ ਤੁਸੀਂ 9041815272, ਉੱਥੇ ਤੁਸੀਂ ਸਕਰੀਨਸ਼ਾਟ ਭੇਜਣਾ, ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਸਾਰਾ ਬੁੱਕਸ ਦੇ PDF ਹੈ ਜਿਹੜੇ ਉਹ ਮਿਲ ਜਾਣਗੇ। ਇਸ ਕਰਕੇ ਜਿਹੜੇ ਮੌਕ ਟੈਸਟ ਜਿਹੜੇ 4 ਸਟੱਡੀ ਐਂਡ ਇਨਫੋ ਦੇ ਉਹ ਵੀ ਮਿਲਣਗੇ। ਇਸ ਤੋਂ ਇਲਾਵਾ ਜਿਹੜੇ ਵੀ ਸਟੂਡੈਂਟ ਲੈਣਾ ਚਾਹੁੰਦੇ ਹਨ ਹੁਣੇ ਹੀ WhatsApp ਕਰੋ 9041815272। ਦੇਖੋ, ਇਹ ਪੰਜਾਬੀ ਗ੍ਰਾਮਰ ਹੈ ਜਿਹੜੀ ਤੁਹਾਡੀ, ਇਹ ਪੰਜਾਬ ਪੁਲਿਸ ਦੇ ਤੁਹਾਡੇ ਜਿੰਨੇ ਵੀ ਪੇਪਰ ਹੋਣੇ ਆ, ਸਪੈਸ਼ਲੀ ਜਿਵੇਂ ਹੈ TSS ਦਾ ਹੋਣਾ ਹੈ ਹੁਣ, ਠੀਕ ਹੈ। TSS ਵਿੱਚ ਕਾਂਸਟੇਬਲ ਅਤੇ SI 2 ਪੇਪਰ ਹੋਣੇ ਆ, ਠੀਕ ਹੈ। ਦੋਨਾਂ ਹੀ ਪੇਪਰਾਂ ਵਿੱਚ 15-15 ਨੰਬਰ ਦੀ ਤੁਹਾਡੀ ਜਿਹੜੀ ਇਹ ਪੰਜਾਬੀ ਗ੍ਰਾਮਰ ਆਉਣੀ ਹੈ, ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਸਬ ਇੰਸਪੈਕਟਰ ਦਾ ਪੇਪਰ ਹੋਵੇਗਾ ਉਸ ਵਿੱਚ 20 ਨੰਬਰ ਦੀ ਆਵੇਗੀ, ਠੀਕ ਹੈ। ਉਸ ਤੋਂ ਇਲਾਵਾ ਹੈੱਡ ਕਾਂਸਟੇਬਲ ਜਿਹੜਾ ਹੋਵੇਗਾ ਉਸ ਵਿੱਚ ਵੀ 20 ਨੰਬਰ ਦੀ ਆਵੇਗੀ। ਉਸ ਤੋਂ ਇਲਾਵਾ ਕਾਂਸਟੇਬਲ ਹੈ ਜਿਹੜਾ ਤੁਹਾਡਾ ਪੇਪਰ ਉਸ ਵਿੱਚ ਵੀ 20 ਨੰਬਰ ਦੀ ਜਿਹੜੀ ਤੁਹਾਡੀ ਪੰਜਾਬੀ ਗ੍ਰਾਮਰ ਆਵੇਗੀ। ਇਹ ਪੰਜਾਬੀ ਗ੍ਰਾਮਰ ਇੱਕ ਅਜਿਹਾ ਸਬਜੈਕਟ ਹੈ ਜਿਸ ਵਿੱਚ ਕਿ ਆਪਣੇ ਪੂਰੇ ਦੇ ਬਟਾ ਪੂਰੇ ਨੰਬਰ ਹੋਣੇ ਜ਼ਰੂਰੀ ਹੈ, ਕਿਉਂਕਿ ਇਹ ਇੱਕ ਅਜਿਹਾ ਸਬਜੈਕਟ ਹੈ ਜਿਸ ਵਿੱਚ ਆਪਾਂ ਨੰਬਰ ਨਹੀਂ ਛੱਡ ਸਕਦੇ, ਕਿਉਂਕਿ ਜੀਕੇ ਹੈ। ਜੀਕੇ ਤੁਹਾਨੂੰ ਵੀ ਪਤਾ ਹੈ ਕਿ ਪਿਛਲੇ ਪੇਪਰਾਂ ਵਿੱਚ ਕਹੀ ਜਿਹੀ ਆਈ ਸੀ, ਠੀਕ ਹੈ। ਇਹ ਐਗਜ਼ੈਕਟ ਤੁਹਾਡੇ ਸਾਹਮਣੇ ਜੋ ਰੀਅਲ ਪੇਪਰ ਸੀ, ਮੈਂ ਰੀਅਲ ਪੇਪਰ ਹੀ ਤੁਹਾਡੇ ਸਾਹਮਣੇ ਲਿਆ ਹੋਇਆ ਹੈ ਤਾਂ ਕਿ ਮਤਲਬ ਕਿ ਤੁਹਾਨੂੰ ਕੋਈ ਡਾਊਟ ਨਾ ਰਹਿ ਜਾਵੇ ਮੈਂ ਕਿਤੇ ਹੋਰ ਪਾਸੇ ਤੁਹਾਨੂੰ ਕੁਐਸਚਨ ਕਰਵਾ ਰਿਹਾ, ਠੀਕ ਹੈ। ਬਿਲਕੁਲ ਰੀਅਲ ਪੇਪਰ ਹੀ ਲਿਆ ਹੋਇਆ। ਰੀਅਲ ਪੇਪਰ ਦੀ ਹੀ ਆਪਾਂ ਸਾਰੀ ਪੰਜਾਬੀ ਗ੍ਰਾਮਰ ਤੁਹਾਨੂੰ ਕਰਵਾਵਾਂਗੇ, ਠੀਕ ਹੈ। 3-4 ਕਲਾਸਾਂ ਹੋਣਗੀਆਂ ਇਸ ਦੀਆਂ, ਠੀਕ ਹੈ। ਤੁਹਾਨੂੰ ਸਾਰੀ ਪੰਜਾਬੀ ਗ੍ਰਾਮਰ ਜਿਹੜੀ ਮੈਂ ਸਬ ਇੰਸਪੈਕਟਰ ਦਾ ਪੇਪਰ ਹੈ, ਠੀਕ ਹੈ। ਸਬ ਇੰਸਪੈਕਟਰ ਦਾ ਪੇਪਰ ਜਿਹੜਾ 2021 ਵਿੱਚ ਹੋਏ ਸੀ, ਠੀਕ ਹੈ। 560 ਪੋਸਟਾਂ ਲਈ ਜਿਹੜੇ 4 ਵਿੰਗਾਂ ਦੇ ਸਬ ਇੰਸਪੈਕਟਰ ਦੇ ਪੇਪਰ ਹੋਏ ਸੀ ਨਾ, ਉਹਨਾਂ ਵਿੱਚੋਂ ਹੈ, ਠੀਕ ਹੈ। ਸਾਰੇ ਦੇ ਸਾਰੇ ਤੁਹਾਨੂੰ ਕਰਵਾ ਦੇਵਾਂਗਾ ਤਾਂ ਕਿ ਤੁਸੀਂ ਮਤਲਬ ਕਿ ਆਉਣ ਵਾਲੇ ਹੁਣ ਜਿਹੜੇ ਜਿੰਨੇ ਵੀ ਪੇਪਰ ਨੇ, ਜਿਹੜਾ ਸਬ ਇੰਸਪੈਕਟਰ ਦੁਆਰੇ ਹੋਣਾ, ਹੈੱਡ ਕਾਂਸਟੇਬਲ ਦਾ ਹੋਣਾ, ਕਾਂਸਟੇਬਲ ਦਾ ਹੋਣਾ, ਜਾਂ ਫਿਰ ਈਵਨ ਕਿ TSS ਦਾ ਕਾਂਸਟੇਬਲ ਜਾਂ ਸਬ ਇੰਸਪੈਕਟਰ, ਸਾਰਿਆਂ ਵਿੱਚ ਵੀ ਜਿਹੜੇ ਤੁਹਾਡੇ ਨੰਬਰ ਇਹ ਬਿਲਕੁਲ ਸਹੀ ਹੋਣ, ਠੀਕ ਹੈ। ਤੁਹਾਨੂੰ ਉਹੀ ਕੁਐਸਚਨ ਜਿਹੜੇ ਸਾਰੇ ਕਰਵਾ ਦੇਣੇ ਆ, ਠੀਕ ਹੈ। ਮੈਂ ਕਰ ਤਾਂ ਇੱਦਾਂ ਵੀ ਸਕਦਾ ਸੀ ਕਿ ਮੈਂ ਇਹਨਾਂ ਨੂੰ MCQ ਦੇ ਰੂਪ ਵਿੱਚ ਟਾਈਪ ਕਰ ਲੈਂਦਾ, ਤੁਹਾਨੂੰ ਮਤਲਬ ਪੁੱਛਦਾ, ਫਿਰ ਤੁਸੀਂ ਆਨਸਰ ਦਿੰਦੇ ਉਸਦਾ, ਉਸ ਤਰੀਕੇ ਨਾਲ ਵੀ ਆਪਾਂ ਇਸ ਨੂੰ ਕਰ ਸਕਦੇ ਹਾਂ। ਪਰੰਤੂ ਉਹ ਫਿਰ ਕਈ ਸਟੂਡੈਂਟ ਨੂੰ ਇੱਦਾਂ ਲੱਗਦਾ ਕਿ ਆਪਣੇ ਕੋਲ ਤੋਂ ਕੁਐਸਚਨ ਬਣਾਏ ਹੋਏ ਆ, ਇਸ ਕਰਕੇ ਆਪਣੇ ਐਗਜ਼ੈਕਟ ਪੇਪਰ ਹੀ ਲਿਆ ਤੁਹਾਡਾ ਜੋ ਰੀਅਲ ਪੇਪਰ ਤੁਹਾਡਾ ਆਇਆ ਸੀ, ਠੀਕ ਹੈ। ਹੁਣ ਦੇਖੋ, ਉਸ ਨਾਲ ਤੁਹਾਨੂੰ ਆਈਡੀਆ ਵੀ ਹੋ ਜਾਵੇ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਡੇ ਆ ਸਕਦੇ ਆ, ਤੁਹਾਨੂੰ ਕਲੀਅਰ ਹੋ ਜਾਵੇਗਾ। ਇਹ ਪੂਰੀਆਂ ਵੀਡੀਓ ਚੰਗੀ ਤਰ੍ਹਾਂ ਦੇਖ ਲਿਓ ਇੱਕ ਵਾਰ, ਠੀਕ ਹੈ। ਹੁਣ ਦੇਖੋ, ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ, ਇਹ 81 ਨੰਬਰ ਕੁਐਸਚਨ ਬਣਾਇਆ ਹੋਇਆ ਜਿਹੜਾ ਪੇਪਰ ਆਪਾਂ ਲਿਆ। ਇਸ ਵਿੱਚ ਰੀਨਾ ਕੇਮ ਲੇਟ ਇਨ ਕਲਾਸ ਸ਼ੀ ਇਜ਼ ਹੈਬਿਚੁਅਲ। ਇਹ ਜਿਹੜਾ ਕੁਐਸਚਨ ਹੈ ਮਤਲਬ ਕਿ ਇਹ ਤੁਹਾਨੂੰ ਜਿਹਨੇ ਵੀ ਇਹ ਪੰਜਾਬੀ ਵਿੱਚ ਇਹਨਾਂ ਨੇ ਆਨਸਰ ਦਿੱਤੇ ਹੋਏ ਨਾ, ਮਤਲਬ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਹੈ। ਜਿਹਨੂੰ ਇੰਨੀ ਇੰਗਲਿਸ਼ ਆਉਂਦੀ ਵੀ ਨਹੀਂ ਹੈ ਉਹ ਵੀ ਆਸਾਨੀ ਨਾਲ ਜਿਹੜੇ ਇਸ ਦੇ ਆਨਸਰ ਦੇ ਸਕੇਗਾ ਇਸ ਤੋਂ ਦੇਖ ਕੇ, ਠੀਕ ਹੈ। ਇਹ ਜਦੋਂ ਤੁਸੀਂ ਮਤਲਬ ਕਿ ਪੰਜਾਬੀ ਦੀ ਸਾਰੀ ਲਾਈਨਾਂ ਪੜ੍ਹੋਗੇ ਤਾਂ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਇਹ ਇਸ ਦਾ ਆਨਸਰ ਸੀ, ਰੀਮਾ ਕਲਾਸ ਵਿੱਚ ਲੇਟ ਆਈ, ਉਹ ਇਸ ਦੀ ਆਦੀ ਹੈ, ਠੀਕ ਹੈ। ਇਹ ਮਤਲਬ ਕਿ ਐਡਾ ਕੋਈ ਔਖਾ ਕੰਮ ਨਹੀਂ ਸੀ ਇਸ ਵਿੱਚ। ਜੇਕਰ ਤੁਸੀਂ ਮਤਲਬ ਕਿ ਥੋੜ੍ਹੀ ਜਿਹੀ ਇਸ ਨੂੰ ਧਿਆਨ ਨਾਲ ਪੜ੍ਹ ਦੋਗੇ ਤਾਂ ਤੁਸੀਂ ਇਸ ਨੂੰ ਕਰ ਸਕੋਗੇ। ਹੁਣ ਦੇਖੋ, ਇਹ ਦੂਜਾ ਕੁਐਸਚਨ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿਵੇਂ ਦੇ ਕੁਐਸਚਨ ਸੀ ਇੰਗਲਿਸ਼ ਟ੍ਰਾਂਸਲੇਸ਼ਨ ਵਾਲੇ, ਦੂਜਾ ਕੁਐਸਚਨ ਹੈ, ਠੀਕ ਹੈ। ਜੋਗਣ ਸ਼ਬਦ ਦਾ ਪੁਲਿੰਗ ਕੀ ਹੋਵੇਗਾ, ਠੀਕ ਹੈ। ਜੋਗਣ ਸ਼ਬਦ ਦਾ ਪੁਲਿੰਗ ਕੀ ਹੋਵੇਗਾ, ਜੋਗੀ। ਆਪਾਂ ਫਟਾਫਟ ਹੀ ਕਰਾਂਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਾਂ ਲਗਭਗ ਆਨਸਰ ਇਹਨਾਂ ਦੇ। ਜਿਹੜੇ ਨਹੀਂ ਪਤਾ ਬਸ ਤੁਸੀਂ ਉਹ ਪਰ ਧਿਆਨ ਦੇਣਾ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਹਨਾਂ ਦੇ ਵਿੱਚੋਂ ਜਿੰਨੇ ਵੀ ਇਹ ਕੁਐਸਚਨ ਹਨ ਪੂਰੇ ਬਟਾ ਪੂਰੇ ਜਿਹੜਾ ਤੁਹਾਡੇ 100% ਨੰਬਰ ਨੇ ਜਿਹੜੇ ਪੰਜਾਬੀ ਗ੍ਰਾਮਰ ਵਿੱਚ ਹੋਣੇ ਜ਼ਰੂਰੀ ਹੈ, ਠੀਕ ਹੈ। ਹੁਣ ਦੇਖੋ, ਅੱਗੇ ਇੱਦਾਂ ਵੀ ਕੁਐਸਚਨ ਆਏ ਹੋਏ ਸੀ ਪੇਪਰ ਵਿੱਚ, ਮਤਲਬ ਕਿ ਇੱਕ ਵਰਡ ਦੇਤਾ ਜਿਵੇਂ ਨੀਡਫੁਲ ਦਿੱਤਾ ਹੋਇਆ ਇੱਥੇ, ਉਹਦਾ ਪੰਜਾਬੀ ਨੂੰ ਅਨੁਵਾਦ ਦੱਸਣਾ ਆਪਾਂ ਨੇ। ਨੀਡਫੁਲ ਦਾ ਹੁੰਦਾ ਉਚਿਤ, ਮਤਲਬ ਇੱਦਾਂ ਦੇ ਕੁਐਸਚਨ ਵੀ ਤੁਹਾਨੂੰ ਪੇਪਰ ਵਿੱਚ ਆਉਣਗੇ, ਠੀਕ ਹੈ। ਹੁਣ ਅੱਗੇ ਇਹ ਕੁਐਸਚਨ ਹੈ ਜਿਹੜੇ ਤੁਸੀਂ ਮਤਲਬ ਕਿ ਪੇਂਡੂ ਸਟੂਡੈਂਟਸ ਆ ਜਿਹੜੇ, ਉਹ ਤਾਂ ਮਤਲਬ ਕਿ ਆਸਾਨੀ ਨਾਲ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੱਲ ਕਰ ਸਕਦੇ ਆ, ਪਰੰਤੂ ਜਿਹੜੀ ਸ਼ਹਿਰੀ ਸਟੂਡੈਂਟ ਹੈ ਉਹਨਾਂ ਨੂੰ ਥੋੜ੍ਹੇ ਕੁਐਸਚਨ ਇਹ ਔਖੇ ਲੱਗਣਗੇ, ਜਿਵੇਂ ਕਿ ਬੁਝਾਰਤਾਂ, ਠੀਕ ਹੈ। ਦੇਖੋ, ਚਿੱਟੀ ਹੱਡੀ ਧਰਤੀ 'ਚ ਗੱਡੀ, ਠੀਕ ਹੈ। ਕੀ ਇਸ ਦਾ ਅਰਥ ਹੈ, ਮੂਲੀ। ਮੂਲੀ ਕਿ ਹੁਣ ਚਿੱਟੀ ਤਰ੍ਹਾਂ ਦੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਉਹ ਧਰਤੀ ਵਿੱਚ ਗੱਡੀ ਹੋਈ ਹੁੰਦੀ ਹੈ ਪੂਰੀ, ਸਿਰਫ ਉਸਦਾ ਜਿਹੜਾ ਉੱਪਰਲਾ ਸਿਰਾ ਹੁੰਦਾ ਥੋੜ੍ਹਾ ਜਿਹਾ ਉਹ ਉੱਪਰ ਹੁੰਦਾ ਹੈ, ਠੀਕ ਹੈ। ਇਹ ਇਸ ਦਾ ਆਨਸਰ ਹੈ। ਹੁਣ ਇਹ ਦੇਖ ਲਓ ਅੱਗੇ, ਇਹ ਆਪਾਂ ਨੂੰ ਇੱਕ ਇੰਗਲਿਸ਼ ਦੀ ਪੂਰੀ ਲਾਈਨ ਦਿੱਤੀ ਹੋਈ ਹੈ, ਠੀਕ ਹੈ। ਇਹਦਾ ਪੰਜਾਬੀ 'ਚ ਆਪਾਂ ਨੂੰ ਅਨੁਵਾਦ ਕਰਨਾ। ਇਟ ਇਜ਼ ਦ ਇੰਪੈਕਟ ਆਫ ਯੂਅਰ ਪਰਸਨੈਲਿਟੀ ਦੈਟ ਆਈ ਸਕਸੀਡ ਇਨ ਦਿਸ ਮਿਸ਼ਨ, ਠੀਕ ਹੈ। ਸਹੀ ਆਨਸਰ ਕੀ ਹੈ ਤੁਹਾਡਾ, ਚੌਥਾ ਆਪਸ਼ਨ ਹੈ ਦਿੱਤਾ ਹੋਇਆ, ਠੀਕ ਹੈ। ਪੇਪਰ ਦੇ ਆਨਸਰ ਮੁਤਾਬਕ ਦੇਖ ਲਓ, ਇਹ ਤੁਹਾਡੀ ਸ਼ਖਸੀਅਤ ਦਾ ਅਸਰ ਹੈ ਕਿ ਮੈਂ ਇਸ ਮਿਸ਼ਨ ਵਿੱਚ ਕਾਮਯਾਬ ਹੋਇਆ ਹੈ। ਇਸ ਨੂੰ ਦੇਖ ਕੇ ਐਂ ਨਾ ਸਮਝਣਾ ਕਿ ਬਹੁਤ ਔਖਾ ਜਿਹਾ ਲੱਗਦਾ ਹੈ। ਜਦੋਂ ਤੁਸੀਂ ਮਤਲਬ ਕਿ ਪੇਪਰ ਵਿੱਚ ਜਦੋਂ ਤੁਸੀਂ ਇਸ ਨੂੰ ਪੜ੍ਹੋਗੇ, ਜਿਹੜੀ ਇਹਦੀ ਲਾਈਨ ਹੈ ਤੁਸੀਂ ਇੰਗਲਿਸ਼ ਵਾਲੀ ਪੜ੍ਹੋਗੇ ਅਤੇ ਉਸ ਦੇ ਨਾਲ ਤੁਸੀਂ ਜਦ ਸਾਰੀਆਂ ਪੰਜਾਬੀ ਦੀ ਇੱਕ ਵਾਰ ਪੜ੍ਹੋਗੇ ਤਾਂ ਤੁਹਾਨੂੰ ਆਪਣੇ ਆਪ ਆਟੋਮੈਟਿਕਲੀ ਜਿਹੜਾ ਉਹ ਪਿਕ ਕਰ ਜਾਏਗਾ, ਇਹ ਆਨਸਰ ਹੈ।
ਅਗਲਾ ਕੁਐਸਚਨ ਇੱਦਾਂ ਸ਼ੁੱਧ ਸ਼ੁੱਧ ਆਵੇਗਾ ਆਪਾਂ ਨੂੰ, ਠੀਕ ਹੈ। 4 ਆਪਸ਼ਨ ਦੱਸੇ ਹੋਏ ਆ, ਆਪਾਂ ਨੂੰ ਸ਼ੁੱਧ ਦੇਖਣਾ ਹੈ ਕਿਹੜਾ ਇਹਨਾਂ ਵਿੱਚੋਂ, ਠੀਕ ਹੈ। ਤੁਹਾਨੂੰ ਪਤਾ ਲੱਗ ਜਾਵੇਗਾ ਦੇਖ ਕੇ, ਤੁਹਾਨੂੰ ਪਤਾ ਹੀ ਹੈ ਕਿ ਕਹਿਰ ਇੱਦਾਂ ਲਿਖ ਹੁੰਦਾ ਹੈ, ਠੀਕ ਹੈ। ਬਾਕੀ ਸਾਰੇ ਇਹ ਜਿਹੜੇ ਇਸ ਵਿੱਚ ਗਲਤ ਨੇ, ਠੀਕ ਹੈ। ਸਹੀ ਆਨਸਰ ਹੈ ਕਹਿਰ। ਅਗਲਾ ਕੁਐਸਚਨ ਦੇਖੋ, ਤੁਹਾਨੂੰ ਇੱਥੇ ਇੱਕ ਪੰਜਾਬੀ ਦਾ ਮੁਹਾਵਰਾ ਦਿੱਤਾ ਹੋਇਆ, ਉਸ ਦੇ 4 ਆਪਸ਼ਨ ਦਿੱਤੇ ਹੋਏ ਕਿ ਅਰਥ ਕੀ ਹੈ, ਇਹਦਾ ਅਰਥ ਸਪਸ਼ਟ ਕਰਨਾ ਆਪਾਂ ਨੇ। ਆਪਣੇ ਮੂੰਹੋਂ ਮੀਓ ਮਿੱਠੂ ਬਣਨਾ, ਠੀਕ ਹੈ। ਇਹ ਆਪਾਂ ਨੇ ਦੱਸਣਾ, ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ। ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਜਨਰਲੀ ਇਹ ਜਿਹੇ ਸ਼ਬਦ ਵਰਤ ਰਹੇ ਨੇ। ਆਪਣੀ ਤਾਰੀਫ ਜਿਹੜਾ ਬੰਦਾ ਆਪ ਕਰਦਾ ਹੈ ਉਸ ਨੂੰ ਕਹਿ ਦਿੰਦੇ ਨੇ ਆਪਣੇ ਮੂੰਹੋਂ ਆਪ ਮੀਓ ਮਿੱਠੂ ਬਣ ਰਿਹਾ ਹੈ, ਠੀਕ ਹੈ। ਦੇਖੋ ਹੁਣ ਤੁਹਾਨੂੰ ਇੱਥੇ ਇੱਕ ਇੱਦਾਂ ਦਾ ਕੁਐਸਚਨ ਵੀ ਇਸ ਵਿੱਚ ਆਵੇਗਾ ਕਿ ਠੀਕ ਹੈ, ਵਿਰੋਧੀ ਕੋਈ ਸ਼ਬਦ ਦਿੱਤਾ ਹੋਏਗਾ, ਉਸ ਦਾ ਆਪਣੇ ਵਿਰੋਧੀ ਸ਼ਬਦ ਦੱਸਣਾ ਹੈ। ਨਿਆਣਾ, ਨਿਆਣੇ ਦਾ ਆਪਾਂ ਨੇ ਵਿਰੋਧੀ ਸ਼ਬਦ ਦੱਸਣਾ। ਨਿਆਣਾ ਕਿਸ ਨੂੰ ਕਹਿੰਦੇ ਆਪਾਂ? ਛੋਟੇ ਬੱਚੇ ਨੂੰ, ਠੀਕ ਹੈ। ਛੋਟੇ ਬੱਚੇ ਦਾ ਛੋਟੇ ਦਾ ਮਤਲਬ ਛੋਟਾ ਬੱਚਾ ਕਹਿ ਸਕਦੇ ਹਾਂ, ਛੋਟਾ ਕਹਿ ਸਕਦੇ ਇੱਥੇ ਆਪਾਂ। ਨਿਆਣਾ ਕਹਿੰਦੇ ਆਪਾਂ ਛੋਟੇ ਨੂੰ। ਛੋਟੇ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਵੱਡਾ। ਹੁਣ ਇਹ ਦੇਖੋ ਅੱਗੇ, ਇਹ ਇੰਪੋਰਟੈਂਟ ਹੈ ਇੱਥੇ, ਠੀਕ ਹੈ। ਹੇਠ ਲਿਖਿਆਂ ਵਿੱਚੋਂ ਆਪਾਂ ਨੇ ਅਨਿਸ਼ਚੈਵਾਚਕ ਪੜਨਾਮ ਚੁਣਨਾ ਹੈ, ਠੀਕ ਹੈ। ਇਹ ਸਾਰੇ ਚੰਗੀ ਤਰ੍ਹਾਂ ਕੱਢਦੇ ਆ ਤੁਸੀਂ, ਜਿੰਨੇ ਵੀ ਹੈਗੇ ਆ ਪੜਨਾਮ, ਨਾਮ, ਠੀਕ ਹੈ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਇਹ ਜਿੰਨੇ ਵੀ ਹੈਗੇ ਤੁਸੀਂ ਚੰਗੀ ਤਰ੍ਹਾਂ ਸਾਰੇ ਕਰਕੇ ਜਾਣੇ ਆ, ਠੀਕ ਹੈ। ਇਹ ਜਿਹੜਾ ਤੁਹਾਡਾ ਰਿਜ਼ਲਟ ਜਿਹੜਾ ਤੈਅ ਕਰਨਗੇ। ਹੁਣ ਦੇਖੋ ਹੇਠ ਲਿਖਿਆ ਵਿੱਚ ਅਨਿਸ਼ਚੈਵਾਚਕ ਕਿਹੜਾ ਇਹਨਾਂ ਵਿੱਚੋਂ? ਊਨਾ, ਠੀਕ ਹੈ। ਊਨਾ ਇਸ ਵਿੱਚ ਜਿਹੜਾ ਹੈ ਉਹ ਅਨਿਸ਼ਚੈਵਾਚਕ ਪੜਨਾਮ ਹੈ ਜਿਹੜਾ ਉਹ ਹੋਵੇਗਾ, ਠੀਕ ਹੈ। ਜਿਵੇਂ ਆਪਾਂ ਨੇ ਪਿੱਛੇ ਆਪਾਂ ਨੂੰ ਕੁਐਸਚਨ ਆਇਆ ਸੀ ਕਿ ਵਿਰੋਧੀ ਸ਼ਬਦ ਦੱਸਣਾ ਸੀਗਾ, ਹੁਣ ਆਪਾਂ ਨੇ ਸਮਾਨਾਰਥਕ ਦੱਸਣਾ। ਇਸ ਵਿੱਚ ਜੀਵਿਆ ਸ਼ਬਦ ਆਪਾਂ ਨੂੰ ਦਿੱਤਾ ਹੋਇਆ, ਜੀਵਿਆ ਦਾ ਸਮਾਨਾਰਥਕ ਦੱਸਣਾ, ਠੀਕ ਹੈ। ਜੀਵਿਆ ਦਾ ਬੀਤਿਆ ਨਹੀਂ ਹੁੰਦਾ ਹੈ, ਗਵਾਇਆ ਨਹੀਂ ਹੁੰਦਾ ਹੈ, ਜਗ ਬੀਤੀ ਨਹੀਂ ਹੁੰਦੀ ਹੈ, ਹੰਡਾਇਆ, ਠੀਕ ਹੈ। ਜੀਵਿਆ ਮਤਲਬ ਜਿਉਣਾ, ਤੁਸੀਂ ਸੁਣਿਆ ਹੋਣਾ, ਜਿਉਣਾ, ਹੰਡਾਉਣਾ, ਠੀਕ ਹੈ। ਇੱਦਾਂ ਦੇ ਵਰਡ ਤੁਸੀਂ ਸੁਣੇ ਹੋਣੇ ਆ, ਇਹਨਾਂ ਤੋਂ ਬਣਿਆ ਹੋਇਆ। ਜਿਉਣੇ ਤੋਂ ਬਣਿਆ ਹੋਇਆ ਜੀਵਿਆ, ਹੰਡਾਉਣੇ ਤੋਂ ਬਣਿਆ ਹੋਇਆ ਹੰਡਾਇਆ, ਠੀਕ ਹੈ। ਇੱਦਾਂ ਥੋੜ੍ਹਾ ਬਹੁਤ ਉੱਪਰ ਹੇਠ ਹੋ ਸਕਦਾ, ਤੁਸੀਂ ਇਸ ਨੂੰ ਆਪ ਦੇਖਣਾ ਕਿ ਸਹੀ ਆਨਸਰ ਕੀ ਹੋਵੇਗਾ। ਹੁਣ ਦੇਖੋ ਅਗਲਾ ਕੁਐਸਚਨ, ਠੀਕ ਹੈ। ਹੁਣ ਅਗਲੇ ਪੇਪਰ 'ਤੇ ਆ ਗਏ ਆਪਾਂ, ਠੀਕ ਹੈ। ਅਗਲੇ ਪੇਪਰ ਦਾ 81ਵਾਂ ਕੁਐਸਚਨ ਹੈ। ਜਿਹੜਾ ਪਿਛਲਾ ਪੇਪਰ ਆਪਾਂ ਕੀਤਾ ਸੀ ਉਸ ਵਿੱਚ ਨਾ 15 ਕੁਐਸਚਨ ਜਿਹੜੇ ਇੱਦਾਂ ਸੀਗੇ, ਠੀਕ ਹੈ। ਮਤਲਬ ਕਿ ਇੱਕ ਵਨ ਵਰਡ ਜੋ ਕੁਛ ਵੀ ਇੱਦਾਂ ਦੇ ਕੁਐਸਚਨ, ਅਤੇ 5 ਕੁਐਸਚਨ ਸੀਗੇ ਪੈਰੇ 'ਚੋਂ ਲੱਭਣੇ ਵਾਲੇ, ਠੀਕ ਹੈ। ਪੈਰੇ 'ਚੋਂ ਲੱਭਣੇ ਵਾਲੇ ਕੋਈ ਖਾਸ ਔਖੇ ਨਹੀਂ ਹੁੰਦੇ, ਤੁਸੀਂ ਆਸਾਨੀ ਨਾਲ ਕਰ ਸਕਦੇ ਹੋ, ਠੀਕ ਹੈ। ਇੱਕ ਪੈਰਾ ਦਿੱਤਾ ਵਾ ਹੋਊਗਾ, ਠੀਕ ਹੈ। ਉਸ ਵਿੱਚੋਂ ਆਪਾਂ ਨੂੰ 4 ਕੁਐਸਚਨ ਦਿੱਤੇ ਹੋਏ ਹੋਣਗੇ ਅਤੇ 5ਵਾਂ ਪੁੱਛਿਆ ਵਾ ਹੋਊਗਾ, ਉਸ ਦਾ ਸਿਰਲੇਖ ਕੀ ਹੋਵੇਗਾ, ਠੀਕ ਹੈ। ਉਹ ਪੈਰਾ ਪੜ੍ਹ ਕੇ ਤੁਸੀਂ ਆਸਾਨੀ ਨਾਲ ਉਹ 5 ਕੁਐਸਚਨ ਦਾ ਆਨਸਰ ਦੇ ਸਕਦੇ ਹੋ। ਉਹ ਐਡੀ ਗੱਲ ਮੈਨੂੰ ਲੱਗੀ ਨਹੀਂ, ਅਤੇ ਉਹਨਾਂ 'ਚ ਟਾਈਮ ਵੇਸਟ ਵੀ ਆਪਣਾ ਜ਼ਿਆਦਾ ਹੋਣਾ ਸੀ, ਇਸ ਕਰਕੇ ਮੈਂ ਤੁਹਾਨੂੰ ਨਹੀਂ ਕਰਵਾ ਰਿਹਾ ਇਸ ਵੀਡੀਓ 'ਚ, ਠੀਕ ਹੈ। ਚਲੋ ਅੱਗੇ ਆਪਾਂ ਦੇਖਦੇ ਹਾਂ ਆਪਣਾ ਆਹ ਕੁਐਸਚਨ ਜਿਹੜਾ। ਇਹ ਦੇਖੋ, ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਲੱਛਣ ਦੱਸਣੇ ਆਪਾਂ ਨੇ, ਠੀਕ ਹੈ। ਕੀ ਹੈ? ਆਪਾਂ ਨੇ ਪਰਿਭਾਸ਼ਾ ਹੀ ਹੋਈ ਇੱਕ ਤਰ੍ਹਾਂ, ਕਿਰਿਆ ਦੇ ਹੋਣ ਵਾਲੇ ਸਮੇਂ ਨਾਲ ਸੰਬੰਧਿਤ ਹੁੰਦਾ ਹੈ, ਠੀਕ ਹੈ। ਕਾਲਵਾਚਕ ਕਿਰਿਆ ਕੀ ਹੁੰਦੀ ਹੈ? ਕਿਰਿਆ ਦੇ ਹੋਣ ਵਾਲੇ ਸਮੇਂ ਨਾਲ ਸੰਬੰਧਿਤ ਹੈ, ਠੀਕ ਹੈ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ ਕੁਛ ਵੀ ਹੈ, ਜਿੰਨੇ ਵੀ ਹੈ 7-8 ਵਿਸਮਿਕ ਯੋਜਕ, ਸਾਰੇ ਹੀ ਪੜ੍ਹ ਕੇ ਜਾਇਓ, ਕਿਉਂਕਿ ਕੋਈ ਵੀ ਇਹਨਾਂ 'ਚੋਂ ਕੁਐਸਚਨ ਆ ਸਕਦਾ ਹੈ। ਘੱਟੋ ਘੱਟ ਇਹ ਤਾਂ ਉਹ ਜਿਹੇ ਪੇਪਰ ਹੈ, ਮਤਲਬ ਕਿ ਉਹ ਜਿਹੇ ਸਬਜੈਕਟ ਹੈ ਜਿਸ 'ਚ ਤੁਸੀਂ ਸਾਰੇ ਦੇ ਸਾਰੇ ਨੰਬਰ ਲੈਣੇ ਹੀ ਲੈਣੇ ਨੇ। ਅੱਗੇ ਦੇਖੋ, ਹੁਣ ਇੱਥੇ ਤੁਹਾਨੂੰ ਮੁਹਾਵਰਾ ਦਿੱਤਾ ਖਾਕ। ਖਾਕ ਦਾ ਵੀ ਇੱਥੇ ਖਾਲੀ ਥਾਂ ਭਰਨੀ ਹੈ, ਠੀਕ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਇਹ ਤਾਂ ਆਪਾਂ ਆਮ ਵਰਤਦੇ ਰਹਿੰਦੇ ਹਾਂ ਵਰਡ, ਖਾਕ ਛਾਣਨੀ, ਠੀਕ ਹੈ। ਇੱਥੇ ਆਵੇਗਾ ਸਹੀ ਆਨਸਰ ਖਾਕ ਛਾਣਨੀ। ਅੱਗੇ ਦੇਖੋ, ਕੁਐਸਚਨ ਤੁਹਾਡੀ ਸਕਰੀਨ ਉੱਤੇ ਹੈ, ਠੀਕ ਹੈ। ਦਾਣੇ ਦਾਣੇ 'ਤੇ ਹੁੰਦਾ ਹੈ, ਅਖਾਣ ਨੂੰ ਪੂਰਾ ਕਰਨਾ ਆਪਾਂ ਨੇ, ਠੀਕ ਹੈ। ਦਾਣੇ ਦਾਣੇ 'ਤੇ ਹੁੰਦਾ ਹੈ, ਠੀਕ ਹੈ। 4 ਆਪਸ਼ਨ ਨੇ, ਠੀਕ ਹੈ। ਤੁਸੀਂ ਦੱਸਣਾ ਹੈ ਦਾਣੇ ਦਾਣੇ 'ਤੇ ਕੀ ਹੁੰਦਾ ਹੈ, ਇਸ ਦਾ ਅਖਾਣ ਹੈ ਇਹ। ਦਾਣੇ ਦਾਣੇ 'ਤੇ ਕੀਮਤ, ਮੋਹਰ। ਇੱਥੇ ਇਹਨਾਂ ਨੇ ਮੋਹਰ ਆਨਸਰ ਦਿੱਤਾ ਵਾ, ਪਰ ਲੱਗ ਨਹੀਂ ਰਿਹਾ ਮੋਹਰ। ਆਪਾਂ ਜਿਵੇਂ ਤੁਸੀਂ ਸੁਣਿਆ ਹੀ ਹੋਣਾ ਨਾ, ਦਾਣੇ ਦਾਣੇ 'ਤੇ ਹੁੰਦਾ ਹੈ ਖਾਣ ਵਾਲੇ ਦਾ ਨਾਮ, ਠੀਕ ਹੈ। ਆਪਾਂ ਇਹ ਚੀਜ਼ ਆਪਾਂ ਪੜ੍ਹਦੇ ਹਾਂ, ਇੱਥੇ ਨਾਮ ਆਊਗਾ ਸ਼ਾਇਦ ਇਸ ਦਾ ਆਨਸਰ। ਹੋ ਸਕਦਾ ਹੈ ਕਿਤੇ ਨਾ ਮੇ ਵੀ ਮਿਸਟੇਕ ਹੈ ਇਹ, ਮੈਨੂੰ ਜਿੱਥੇ ਤੱਕ ਲੱਗ ਰਿਹਾ ਹੈ ਵੀ ਇਹ ਚੀਜ਼ ਇੱਥੇ ਨਹੀਂ ਬਣਦੀ। ਮੋਹਰ ਤਾਂ ਕਿਤੇ ਵੀ ਨਹੀਂ ਆਪਾਂ ਪੜ੍ਹਦੇ ਪੰਜਾਬੀ ਵਿੱਚ। ਜਿਹੜਾ ਅਖਾਣ ਆਪਣੀ ਹੁੰਦੀ ਹੈ ਦਾਣੇ ਦਾਣੇ 'ਤੇ ਹੁੰਦਾ ਹੈ ਖਾਣ ਵਾਲੇ ਦਾ ਨਾਮ, ਠੀਕ ਹੈ। ਇੱਥੇ ਨਾਮ ਆਵੇਗਾ ਇਸ ਦਾ ਆਨਸਰ, ਠੀਕ ਹੈ। ਬਾਕੀ ਤੁਸੀਂ ਇੱਕ ਵਾਰ ਆਪਣਾ ਰੀਚੈੱਕ ਕਰ ਲਿਓ ਇਸ ਨੂੰ, ਮੇਰੇ ਹਿਸਾਬ ਨਾਲ ਇਸ ਦਾ ਨਾਮ ਹੀ ਆਵੇਗਾ। ਹੁਣ ਅੱਗੇ ਦੇਖੋ, ਕੁਝ ਮੇਨ ਜੇ ਮੁਹਾਵਰੇ ਹੁੰਦੇ ਆ, ਜਿਵੇਂ ਆਪਾਂ ਨੂੰ ਲਿਖ ਕੇ ਦੇਤੇ ਵੀ ਇਹਨਾਂ ਵਿੱਚੋਂ ਆਪਾਂ ਨੇ ਇੱਕ ਚੂਜ਼ ਕਰਨਾ ਕਿਹੜਾ ਸਹੀ ਹੈ, ਠੀਕ ਹੈ। ਸ਼ੁੱਧ ਵਾਕ ਚੁਣਨਾ ਹੈ। ਕੰਮ ਹੀ ਪੂਜਾ ਹੈ, ਠੀਕ ਹੈ, ਸਹੀ ਹੈ। ਕੰਮ ਕਰਨਾ ਨਹੀਂ, ਐਦਾਂ ਕੁਛ ਨਹੀਂ ਆਪਾਂ ਕਹਿੰਦੇ ਕੰਮ ਹੀ ਦੂਜਾ, ਇਹ ਵੀ ਨਹੀਂ ਬਣਦਾ। ਕੰਮ ਹੀ ਪੂਜਾ ਹੈ ਜਿਹੜਾ ਆਪਾਂ ਮੁਹਾਵਰਾ ਵਰਤਦੇ ਹਾਂ, ਠੀਕ ਹੈ, ਇਹ ਸਹੀ ਹੈ। ਅੱਗੇ ਦੇਖੋ, ਇਹ ਕੁਐਸਚਨ ਆਪਣੇ ਕੋਲ ਕਿਰਿਆ ਵਿਸ਼ੇਸ਼ਣ ਚੁਣਨਾ ਆਪਾਂ ਨੇ ਹੇਠ ਲਿਖੇ ਵਿੱਚੋਂ। ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ? ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਆ, ਠੀਕ ਹੈ। ਇਹ 4 ਆਪਸ਼ਨ ਹੈ, ਸਹੀ ਆਨਸਰ ਇਸ ਦਾ ਹੈ ਰੋਜ਼ਾਨਾ ਕਿਰਿਆ ਵਿਸ਼ੇਸ਼ਣ ਇਸ ਵਿੱਚੋਂ, ਠੀਕ ਹੈ। ਇਹ ਚੰਗੀ ਤਰ੍ਹਾਂ ਯਾਦ ਕਰ ਲਿਓ। ਦੇਖੋ ਅੱਗੇ ਇਹ ਹੇਠ ਲਿਖਿਆ ਵਿੱਚੋਂ ਆਪਾਂ ਨੇ ਸ਼ੁੱਧ ਸ਼ਬਦ ਚੁਣਨਾ ਹੈ, ਠੀਕ ਹੈ। ਸ਼ੁੱਧ ਸ਼ਬਦ ਚੁਣਨਾ ਇਸ ਵਿੱਚੋਂ, ਠੀਕ ਹੈ। ਟੋਡਾ ਕੋਈ ਸ਼ਬਦ ਨਹੀਂ ਹੁੰਦਾ ਪੰਜਾਬੀ ਵਿੱਚ, ਤੌਂਦਾ ਵੀ ਨਹੀਂ ਹੁੰਦਾ ਇੱਦਾਂ, ਤੀੜਾ ਵੀ ਨਹੀਂ ਹੁੰਦਾ ਹੈ। ਤੀੜਾ ਕੋਈ ਨਾਮ ਹੋ ਸਕਦਾ ਪਰ ਵੈਸੇ ਸ਼ਬਦ ਨਹੀਂ ਹੈ, ਠੀਕ ਹੈ। ਤੌੜਾ, ਤੌੜਾ ਹੁੰਦਾ ਹੈ, ਠੀਕ ਹੈ। ਤੌੜਾ ਕਿਸ ਨੂੰ ਆਪਾਂ ਕਹਿੰਦੇ ਹਾਂ? ਘੜੇ ਨੂੰ, ਠੀਕ ਹੈ। ਘੜੇ ਨੂੰ ਆਪਾਂ ਤੌੜਾ ਬੋਲਦੇ ਹਾਂ, ਠੀਕ ਹੈ। ਇਸ ਦਾ ਸਹੀ ਆਨਸਰ ਹੈ ਜਿਹੜਾ ਤੌੜਾ।
ਆ ਦੇਖੋ ਫੇਰ ਆ ਗਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹਰੇਕ ਪੇਪਰ ਵਿੱਚ ਇੱਕ ਵਰਡ ਦਿੱਤਾ ਵਾ ਹੋਊਗਾ ਜਿਸਦਾ ਕਿ ਆਪਾਂ ਨੇ ਪੰਜਾਬੀ ਅਨੁਵਾਦ ਤੁਹਾਨੂੰ ਦੱਸਣਾ ਹੈ। ਇੱਦਾਂ ਦੇ ਕੁਐਸਚਨ ਜਿਹੜੇ ਆਉਣਗੇ। ਸ਼ੇਮਲੈਸ ਆ, ਬਹੁਤ ਔਖਾ ਨਹੀਂ ਵਰਡ, ਆਪਾਂ ਆਸਾਨੀ ਨਾਲ ਕਰ ਸਕਦੇ ਹਾਂ। ਬੇਸ਼ਰਮ, ਠੀਕ ਹੈ, ਇੱਦਾਂ ਦੇ ਔਖੇ ਵਰਡ ਨਹੀਂ ਆਉਣਗੇ, ਸੌਖੇ ਸੌਖੇ ਹੀ ਹੈ ਮਤਲਬ ਇਹ ਵਰਡ ਸਾਰੇ ਜਿਹੜੇ ਕਿ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ। ਸਬ ਇੰਸਪੈਕਟਰ ਦਾ ਪੇਪਰ ਹੈ ਇਹ। ਅੱਗੇ ਫਿਰ ਉਹੀ ਕੁਐਸਚਨ ਆ ਗਿਆ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਬਾਰ-ਬਾਰ ਤੁਸੀਂ ਕਰਨੇ ਹੀ ਹੈ, ਜਿੰਨੇ ਵੀ ਹੈ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ। ਇਸ ਵਿੱਚ ਇਹਨਾਂ ਨੇ ਪੁੱਛਿਆ ਕਿ ਕਾਰਜ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਦੱਸਣੀਆਂ ਆਪਾਂ ਨੇ। ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? 6, ਠੀਕ ਹੈ, ਸਹੀ ਆਨਸਰ ਹੈ ਇਸਦਾ 6। ਸੇਮ ਹਰੇਕ ਪੇਪਰ ਵਿੱਚ ਇੱਦਾਂ ਹੀ ਇੱਕ ਜਿਹੜੀ ਤੁਹਾਨੂੰ ਦੱਸਿਆ ਸੀਗਾ ਇੱਕ ਲਾਈਨ ਆਵੇਗੀ ਪੂਰੀ ਇੰਗਲਿਸ਼ ਵਿੱਚ, ਠੀਕ ਹੈ, ਉਸਦਾ ਸਹੀ ਅਨੁਵਾਦ ਕਰਨਾ ਹੋਵੇਗਾ। ਕਰਪਸ਼ਨ ਹੈਜ਼ ਬਿਕਮ ਅ ਪੋਲੀਟੀਕਲ ਚੈਲੰਜ, ਠੀਕ ਹੈ। ਹੁਣ ਆਪਣੇ ਕੋਲ ਇਸਦਾ ਸਹੀ ਆਨਸਰ ਕੀ ਹੈ? ਭ੍ਰਿਸ਼ਟਾਚਾਰ ਰਾਜਸੀ ਵੰਗਾਰ ਬਣ ਗਿਆ ਹੈ, ਠੀਕ ਹੈ। ਇਹ ਥੋੜ੍ਹਾ ਜਿਹਾ ਤੁਸੀਂ ਧਿਆਨ ਨਾਲ ਦੇਖਣਾ, ਕਿਉਂਕਿ ਜਿਹੜਾ ਇਹ ਨਾ TCS ਹੈ, TCS ਨੇ ਪੇਪਰ ਲਿਆ ਹੋਇਆ, ਇਹਨਾਂ ਨੇ ਜਿਹੜੀ ਇਹ ਨਾ ਪੰਜਾਬੀ ਕਰੀ ਹੋਈ ਹੈ, ਇਹ ਲੈਂਗੁਏਜ ਟਰਾਂਸਲੇਟਰ ਯੂਜ਼ ਕਰਕੇ ਇਹਨਾਂ ਨੇ ਕਨਵਰਟ ਕਰੀ ਹੋਈ ਹੈ। ਕਿਤੇ ਕਿਤੇ ਮਤਲਬ ਕਿ ਕੋਈ ਹੈ, ਹੂ, ਹਨ, ਇੱਦਾਂ ਦੀਆਂ ਇਹਨਾਂ 'ਚ ਕਮੀਆਂ ਹੁੰਦੀਆਂ ਹੈ, ਉਹ ਤੁਸੀਂ ਆਪ ਮੈਨੇਜ ਕਰਨਾ ਹੈ, ਆਪ ਦੇਖਣਾ ਹੈ ਕਿ ਸਹੀ ਆਨਸਰ ਇਹੀ ਬਣਦਾ ਹੈ, ਠੀਕ ਹੈ। ਇੱਦਾਂ ਨਾ ਹੋਵੇ ਕਿ ਤੁਸੀਂ ਐਂ ਸੋਚ ਲਓ ਵੀ ਹਾਂ ਹੈ ਤਾਂ ਹੁੰਦਾ ਹੀ ਨਹੀਂ ਹੈ, ਕਿਉਂਕਿ ਰੀਅਲ ਪੰਜਾਬੀ ਨਾਲੋਂ ਕੁਝ ਚੇਂਜਸ ਹੋ ਸਕਦੇ ਹੈ, ਕਿਉਂਕਿ ਇਹਨਾਂ ਨੇ ਖੁਦ ਪੰਜਾਬੀ 'ਚ ਤਾਂ ਕਨਵਰਟ ਕਿਸੇ ਤੋਂ ਕਰਵਾਇਆ ਨਹੀਂ ਹੋਗਾ, ਇਹ ਗੂਗਲ ਟਰਾਂਸਲੇਟ ਵਗੈਰਾ ਦੀ ਕਿਸੇ ਜਾਂ ਕਿਸੇ ਹੋਰ ਟਰਾਂਸਲੇਟਰ ਦੀ ਵਰਤੋਂ ਕੀਤੀ ਹੋਈ ਹੈ। ਇਸ ਕਰਕੇ ਆਪ ਧਿਆਨ ਰੱਖਣਾ ਤੁਸੀਂ ਇਸ ਵਿੱਚ। ਇਹ ਦੇਖ ਲਓ ਫਿਰ ਉਸੇ ਤਰ੍ਹਾਂ ਇੱਕ ਤੁਹਾਨੂੰ ਲਾਈਨ ਦਿੱਤੀ ਹੋਈ ਹੈ, ਠੀਕ ਹੈ, ਉਸ ਦਾ ਆਨਸਰ ਦੇਤਾ ਤੁਹਾਡੇ ਸਾਹਮਣੇ ਹੀ ਹੈ, ਠੀਕ ਹੈ। ਇੱਦਾਂ ਦੇ ਕੁਐਸਚਨ ਜਿਹੜੇ ਤੁਸੀਂ ਯਾਦ ਕਰ ਲਿਓ ਸਾਰੇ ਇਹ। ਅੱਗੇ ਦੇਖ ਲਓ, ਸਟਾਕ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਪੁੱਛਿਆ ਹੈ। ਸਟਾਕ ਦਾ ਕੀ ਆਨਸਰ? ਜ਼ਖੀਰਾ। ਜ਼ਖੀਰਾ ਕਿਸ ਚੀਜ਼ ਨੂੰ ਕਹਿ ਦਿੰਦੇ ਆ? ਜਦੋਂ ਕੋਈ ਜਮ੍ਹਾਂ ਮਾਲ ਹੋਵੇ ਜਿਵੇਂ, ਠੀਕ ਹੈ, ਉਸ ਨੂੰ ਆਪਾਂ ਪੰਜਾਬੀ ਵਿੱਚ ਜ਼ਖੀਰਾ ਹੀ ਬੋਲ ਦਿੰਦੇ ਹਾਂ, ਠੀਕ ਹੈ। ਇਹ ਆਨਸਰ ਹੈ ਇਸਦਾ। ਬਹੁਤ ਸੌਖਾ ਕੁਐਸਚਨ ਅੱਗੇ। ਵਿਰੋਧੀ ਸ਼ਬਦ ਚੁਣਨਾ ਹੈ, ਠੀਕ ਹੈ। ਆਉਂਦੇ ਸ਼ਬਦ ਦਾ ਵਿਰੋਧੀ ਸ਼ਬਦ ਚੁਣਨਾ ਹੈ। ਆਉਂਦੇ ਸ਼ਬਦ ਦਾ ਕੀ ਹੁੰਦਾ ਹੈ? ਜਾਂਦੇ। ਅੱਗੇ ਦੇਖੋ, ਹੇਠ ਲਿਖਿਆਂ 'ਚੋਂ ਸ਼ੁੱਧ ਸ਼ਬਦ ਚੁਣਨਾ ਆਪਾਂ ਨੇ। ਸ਼ੁੱਧ ਸ਼ਬਦ, ਠੀਕ ਹੈ। ਮਿਹਨਤ ਕਰੋਗੇ ਤਾਂ ਸਫਲ ਨਹੀਂ ਹੋਵੋਗੇ। ਇਹ ਆਪ ਕੋਈ ਇੱਦਾਂ ਦਾ ਵਰਡ ਆਪਾਂ ਯੂਜ਼ ਨਹੀਂ ਕਰਦੇ। ਮਿਹਨਤ ਕਰੋਗੇ ਤਾਂ ਸਫਲ ਹੋਵੋਗੇ, ਠੀਕ ਹੈ, ਇਹ ਵਰਡ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਤੁਸੀਂ ਸ਼ੁੱਧ ਸ਼ਬਦ ਜਿਹੜਾ ਉਸ ਵਿੱਚ ਚੁਣਨਾ ਹੈ। ਇਸ ਵਿੱਚ ਕਿਆ ਸਫਲ ਵਿੱਚ ਬਿੰਦੀ ਨਹੀਂ ਹੈਗੀ, ਠੀਕ ਹੈ। ਇਹ ਮਤਲਬ ਕਾਫੀ ਚੀਜ਼ਾਂ ਹੁੰਦੀਆਂ ਇਹਨਾਂ ਵਿੱਚ, ਤੁਸੀਂ ਧਿਆਨ ਰੱਖਣਾ ਹੈ। ਮਿਹਨਤ ਕਰੋਗੇ ਤਾਂ ਸਫਲ ਹੋਵੋਗੇ, ਠੀਕ ਹੈ। ਹੁਣ ਅੱਗੇ ਦੇਖੋ, ਨਿਰਮਲ ਸ਼ਬਦ ਦਾ ਵਿਰੋਧੀ ਸ਼ਬਦ ਚੁਣਨਾ ਆਪਾਂ ਨੇ, ਠੀਕ ਹੈ। ਨਿਰਮਲ ਦਾ ਕੀ ਹੁੰਦਾ ਹੈ? ਸਾਫ਼ ਹੁੰਦਾ। ਨਿਰਮਲ ਕਿਸ ਨੂੰ ਕਹਿੰਦੇ? ਨਿਰਮਲ ਵਰਡ ਦਾ ਅਰਥ ਕੀ ਹੈ? ਸਾਫ਼। ਸਾਫ਼ ਦਾ ਵਿਰੋਧੀ ਸ਼ਬਦ ਕੀ ਹੋਊਗਾ ਹੁਣ? ਗੰਦਾ। ਹਾਂ, ਅੱਗੇ ਇਸ ਤੋਂ ਬਾਅਦ ਹੁਣ ਇਸੇ ਤਰ੍ਹਾਂ ਦੇ ਹੀ ਤੁਹਾਡੇ ਸਾਹਮਣੇ, ਠੀਕ ਹੈ, ਉਸੇ ਤਰ੍ਹਾਂ ਹੀ 5 ਕੁਐਸਚਨ ਜਿਹੜੇ ਪੈਰੇ ਵਿੱਚੋਂ ਹੁੰਦੇ ਹਨ, ਠੀਕ ਹੈ, ਉਹ ਤੁਸੀਂ ਪ੍ਰੈਕਟਿਸ ਕਰ ਲੈਣੀ ਹੈ ਕੋਈ ਪੈਰਾ ਵੈਸੇ, ਠੀਕ ਹੈ। ਉਸ 'ਚੋਂ ਵੈਸੇ ਸੌਖੇ ਹੀ ਹੁੰਦੇ ਆ, ਠੀਕ ਹੈ। 5 ਕੁਐਸਚਨ ਪੈਰੇ 'ਚੋਂ ਕੱਢ ਕੇ ਕਰਨੇ ਹੋ, ਕੋਈ ਇੰਨੀ ਔਖੀ ਗੱਲ ਨਹੀਂ ਹੈ, ਤੁਸੀਂ ਆਸਾਨੀ ਨਾਲ ਉਸ ਨੂੰ ਕਰ ਸਕਦੇ ਹੋ, ਠੀਕ ਹੈ। ਐਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਆ ਪਹਿਲੀ ਵੀਡੀਓ ਸੀ ਆਪਣੀ, ਠੀਕ ਹੈ, ਜਿਹੜੀ ਇਹ ਆਪਾਂ ਅੱਜ ਕੀਤੀ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਆਪਾਂ ਜਿੰਨੇ ਵੀ ਗ੍ਰਾਮਰ ਦੀਆਂ ਸਾਰੀਆਂ ਵੀਡੀਓਜ਼ ਕੰਪਲੀਟ ਕਰ ਲਵਾਂਗੇ, ਜਿੰਨੇ ਕੁਐਸਚਨ ਆ ਪੇਪਰਾਂ ਵਿੱਚ ਆਏ ਹੋਏ ਆ ਸਬ ਇੰਸਪੈਕਟਰ ਦੇ 'ਚ। ਇਹ ਤੁਹਾਡੇ ਸਬ ਇੰਸਪੈਕਟਰ TSS ਵਾਲੇ ਲਈ ਵੀ ਲਾਹੇਵੰਦ ਹੋਣਗੇ, HC ਲਈ ਵੀ ਲਾਹੇਵੰਦ ਹੋਣਗੇ, ਕਾਂਸਟੇਬਲ 'ਚ ਲਈ ਵੀ HC ਮਤਲਬ ਹੌਲਦਾਰ, ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਤੁਹਾਡਾ ਸਬ ਇੰਸਪੈਕਟਰ ਦਾ ਪੇਪਰ ਉਹਦੇ ਲਈ ਤਾਂ ਲਾਹੇਵੰਦ ਹੈ ਹੀ ਹਨ, ਕਿਉਂਕਿ ਉਹਦੇ ਵਿੱਚੋਂ ਹੀ ਜਿਹੜੇ ਪੇਪਰ ਵਿੱਚੋਂ ਆਪਾਂ ਕੁਐਸਚਨ ਇਹ ਕੱਢੇ ਹਨ। ਇਸ ਤੋਂ ਇਲਾਵਾ ਹੁਣ ਤਿਆਰੀ ਜਿਹੜੀ ਆਪਣੀ ਨੈਕਸਟ ਲੈਵਲ ਤੱਕ ਲੈ ਜਾਵੋ। ਜਿਹੜੇ ਹਲੇ ਵੀ ਸੋਚ ਰਹੇ ਹਨ ਉਹਨਾਂ ਨੂੰ ਦੱਸ ਦਈਏ ਕਿ ਚੰਗੀ ਤਰ੍ਹਾਂ ਜਿਹੜੀ ਆਪਣੀ ਤਿਆਰੀ ਨੈਕਸਟ ਲੈਵਲ 'ਤੇ ਲੈ ਲਵੋ। ਜਿਨ੍ਹਾਂ ਕੋਲ ਕੋਈ ਮਟੀਰੀਅਲ ਨਹੀਂ ਹੈ ਉਹ 90 418 15272 ਉੱਤੇ WhatsApp ਕਰਕੇ ਜਿਹੜਾ ਸਟੱਡੀ ਮਟੀਰੀਅਲ ਲੈ ਸਕਦੇ ਹਨ। ਅੱਜ ਦੀ ਵੀਡੀਓ 'ਚ ਹੁਣ ਇੰਨਾ ਹੀ, ਧੰਨਵਾਦ।